ਨਾਵਲ ਦੀ ਸਮੀਖਿਆ ਤੋਂ ਪਹਿਲਾਂ ਅਸੀਂ ਤਿੰਨ ਕੋਟੇਸ਼ਨਸ ਵੱਲ ਪਹਿਲਾਂ ਝਾਤ ਮਾਰਨਾ ਚਾਹਾਂਗੇ ਜੋ ਯੁੱਧ ਬਾਰੇ ਮੰਨੇ ਪ੍ਰਮੰਨੇ ਵਿਦਵਾਨਾਂ ਦੇ ਵਿਚਾਰ ਨੇ। ਸਭ ਤੋਂ ਪਹਿਲਾਂ ਅਸੀਂ ਆਸਕਰ ਵਾਈਲਡ ਦੀ ਗੱਲ ਕਰਦੇ ਹਾਂ। ਆਸਕਰ ਵਾਈਲਡ ਦਾ ਇੱਕ ਬਚਨ ਹੈ, ਪਹਿਲਾਂ ਉਹ ਲਿਖਿਆ ਕਰਦੇ ਸਨ ਕਿ ਦੇਸ਼ ਲਈ ਮਰਨਾ ਚੰਗਾ ਹੈ ਤੇ ਸਹੀ ਹੈ, ਲੇਕਿਨ ਅੱਜ ਕੱਲ ਯੁੱਧ ਵਿੱਚ ਨਾ ਤਾਂ ਮਰਨ ਵਿੱਚ ਕੁਝ ਚੰਗਾ ਤੇ ਨਾ ਹੀ ਸਹੀ। ਤੁਸੀਂ ਬਿਨਾਂ ਕਿਸੇ ਖਾਸ ਵਜ੍ਹਾ ਦੇ ਕੁੱਤੇ ਦੀ ਤਰ੍ਹਾਂ ਮਾਰੇ ਜਾਂਦੇ ਹੋ। ਦੱਸੋ ਇਹਦੇ ਵਿੱਚ ਕੀ ਚੰਗਾ ਤੇ ਕੀ ਸਹੀ ਹੈ। ਦੂਸਰੇ ਵਿਦਵਾਨ ਨੇ ਸਾਡੇ ਆਇਨਸਟਾਈਨ, ਉਹ ਕਹਿੰਦੇ ਨੇ ਕਿ ਰਾਸ਼ਟਰਵਾਦ ਦੀ ਗੱਲ ਕਰਨਾ, ਇੱਕ ਦੇਸ਼ ਦੇ ਹਿੱਤ ਦੀ ਗੱਲ ਕਰਨਾ ਬੜੀ ਬਚਕਾਨੀ ਜੀ ਗੱਲ ਆ। ਇਹ ਜਿਹੜੀ ਸੰਕੀਰਣ ਸੋਚ ਹੈ ਇਹ ਮਨੁੱਖੀ ਜਾਤੀ ਲਈ ਇੱਕ ਖਸਰੇ ਵਰਗੀ ਹੈ, ਮਨੁੱਖੀ ਜਾਤੀ ਲਈ ਇੱਕ ਚੇਚਕ ਦੀ ਬਿਮਾਰੀ ਵਰਗੀ ਹੈ। ਇੱਕ ਹੋਰ ਵਿਦਵਾਨ ਨੇ ਸਾਡੇ ਕਾਰਲਾਈਲ, ਉਹ ਕਹਿੰਦੇ ਨੇ ਕਿ ਇਸ ਤੋਂ ਵੱਧ ਵੀ ਕੁਝ ਮੂਰਖਤਾਪੂਰਨ ਹੋ ਸਕਦਾ ਕਿ ਕਿਸੇ ਬੰਦੇ ਨੂੰ ਮਾਰਨ ਦਾ ਹੱਕ ਮੈਨੂੰ ਸਿਰਫ ਇਸ ਲਈ ਹੈ ਕਿਉਂਕਿ ਉਹ ਨਦੀ ਦੇ ਉਸ ਪਾਰ ਰਹਿੰਦਾ ਤੇ ਉਹਦੇ ਰਾਜੇ ਦਾ ਮੇਰੇ ਰਾਜੇ ਨਾਲ ਝਗੜਾ, ਜਦਕਿ ਮੇਰਾ ਤੇ ਉਹਦੇ ਤੋਂ ਕੋਈ ਝਗੜਾ ਨਹੀਂ ਹੈ। ਇਹ ਤਿੰਨ ਵਿਦਵਾਨਾਂ ਦੀਆਂ ਅਸੀਂ ਸੂਕਤੀਆਂ ਨੂੰ, ਉਹਨਾਂ ਦੇ ਜਿਹੜੇ ਕਥਨ ਹੈ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਗੱਲ ਜਿਹੜੀ ਤੋਰਨੀ ਹੈ। ਤੇ ਸਾਡਾ ਵਿਸ਼ਾ ਹੈ ਕਿ ਇਸ ਨਾਵਲ ਵਿੱਚ ਜਿਹੜਾ ਮੁੱਖ ਪਾਤਰ ਹੈ ਪੌਲ, ਉਹ ਕੀ ਕੁਝ ਗਵਾਉਣ ਦੀ ਗੱਲ ਜਿਹੜੀ ਆ ਉਹ ਸਾਨੂੰ ਸੰਦੇਸ਼ ਦੇ ਤੌਰ ਤੇ ਦੇ ਰਿਹਾ। ਇਹਦੇ ਲਈ ਕੁਝ ਨੁਕਤੇ ਮੈਂ ਆਪ ਜੀ ਨਾਲ ਸਾਂਝੇ ਕਰਨ ਲੱਗਾ ਵਾਂ। ਪੌਲ ਦਾ ਟੀਚਰ ਜਦੋਂ ਦੇਸ਼ ਭਗਤੀ ਦਾ ਪਾਠ ਪੜ੍ਹਾ ਰਿਹਾ ਹੁੰਦਾ, ਉਦੋਂ ਪੌਲ ਖਿੜਕੀ ਤੇ ਬੈਠੀ ਇੱਕ ਚਿੜੀ ਦੀ ਤਸਵੀਰ ਕਾਗਜ਼ ਤੇ ਉਕੇਰ ਰਿਹਾ ਹੁੰਦਾ। ਜਦੋਂ 17 ਦਿਨ ਦੀ ਛੁੱਟੀ ਤੇ ਯੁੱਧ ਤੋਂ ਘਰ ਪਰਤਦਾ ਤਾਂ ਆਪਣੇ ਕਮਰੇ 'ਚ ਉਹ ਸਾਰੇ ਸਕੈਚ ਵੇਖਦਾ ਜੋ ਉਸਨੇ ਆਪਣੀ ਆਮ ਖੁਸ਼ਨੁਮਾ ਸ਼ਾਂਤ ਜ਼ਿੰਦਗੀ ਵੇਲੇ ਬਣਾਏ ਸਨ। ਉਹਨਾਂ ਕਿਤਾਬਾਂ ਤੇ ਉਹ ਹੱਥ ਫੇਰਦਾ ਜਿਨ੍ਹਾਂ ਨੂੰ ਕਦੇ ਬੜੇ ਸ਼ੌਂਕ ਨਾਲ ਪੜ੍ਹਿਆ ਕਰਦਾ ਸੀ, ਪਰ ਫਿਰ ਉਸ ਵੇਲੇ ਯੁੱਧ ਦੇ ਖੌਫਨਾਕ ਮੰਜ਼ਰ ਅੱਖਾਂ ਮੂਹਰੇ ਆ ਜਾਂਦੇ ਨੇ, ਜਿੱਥੇ ਉਹਦਾ ਕੰਮ ਸਿਰਫ ਬੰਦੂਕ ਚਲਾਉਣਾ ਤੇ ਲੋਕਾਂ ਨੂੰ ਮਾਰਨਾ ਹੈ, ਤੇ ਆਪਣੇ ਅੰਦਰੋਂ ਉਸਨੂੰ ਉਹ ਪੁਰਾਣਾ ਪਾਲ ਮਰਿਆ ਤੇ ਗਵਾਚਿਆ ਹੋਇਆ ਲੱਗਦਾ ਹੈ ਜਿਸ ਨੂੰ ਉਹ ਜਾਣਦਾ ਸੀ, ਉਹ ਪਿਆਰ ਕਰਦਾ ਸੀ, ਉਹ ਜੋ ਉਸਦਾ ਆਪਣਾ ਆਪਾ ਸੀ, ਉਹ ਜੋ ਉਸਦੇ ਅਸਲੀ ਵਜੂਦ ਦਾ ਚਿੰਨ੍ਹ ਸੀ। ਉਸਦਾ ਅੰਦਰਲਾ ਕਲਾਕਾਰ, ਅੰਦਰਲਾ ਫਨਕਾਰ, ਆਰਟਿਸਟ, ਰਾਈਟਰ, ਰੀਡਰ ਕੁਝ ਵੀ ਤਾਂ ਨਹੀਂ ਬਚਿਆ। ਯੁੱਧ ਦੇ ਅਖੀਰ ਵਿੱਚ ਜਦੋਂ ਗੋਲੀਆਂ ਦੀ ਆਵਾਜ਼ ਬਿੰਦ ਕੋ ਰੁਕਦੀ ਹੈ ਤਾਂ ਉਸਨੇ ਕਿਸੇ ਪੰਛੀ ਦੇ ਬੋਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਹ ਕਾਗਜ਼ ਕਲਮ ਕੱਢ ਕੇ ਉਸ ਦਾ ਸਕੈਚ ਬਣਾਉਣ ਲੱਗਦਾ ਹੈ। ਸਕੈਚ ਬਣਾਉਂਦਿਆਂ ਬਣਾਉਂਦਿਆਂ ਇੱਕ ਗੋਲੀ ਉਹਦੇ ਹੱਥ ਤੇ ਵੱਜਦੀ ਹੈ। ਸਕੈਚ ਉੱਥੇ ਹੱਥੋਂ ਛੁੱਟ ਜਾਂਦਾ ਤੇ ਵਗਦੀ ਹੋਈ ਨਦੀ ਵਿੱਚ ਜਾ ਡਿੱਗਦਾ ਤੇ ਪੌਲ ਦੀ ਮੌਤ ਹੋ ਜਾਂਦੀ ਹੈ। ਇੱਕ ਸੋਲਜਰ ਦੀ ਸਿਰਫ ਦੇਹ ਹੀ ਖਤਮ ਨਹੀਂ ਹੁੰਦੀ, ਉਹਦਾ ਅੰਦਰਲਾ ਕੋਮਲ ਹੁਨਰਮੰਦ ਇਨਸਾਨ ਵੀ ਮਾਰਿਆ ਤੇ ਗੁਆਚਿਆ ਜਾਂਦਾ। ਇਹ ਗੱਲ ਕਿਸੇ ਦੇ ਜ਼ਿਹਨ ਵਿੱਚ ਜਿਹੜੀ ਹੈ ਉਹ ਨਹੀਂ ਆਉਂਦੀ। ਇੱਕ ਨੁਕਤਾ ਇਹ ਜਿਹੜਾ ਬੜਾ ਮਹੱਤਵਪੂਰਨ ਹੈ, ਇਸ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਦੂਜਾ ਨੁਕਤਾ ਅਸੀਂ ਦੇਖਦੇ ਹਾਂ ਕਿ ਪੌਲ ਦਾ ਧਿਆਨ ਜਦੋਂ ਚਿੜੀ ਬਣਾਉਣ ਵਿੱਚ ਹੁੰਦਾ ਤਾਂ ਉਹਦਾ ਟੀਚਰ ਸਾਰੀ ਕਲਾਸ ਨੂੰ ਭੇਜ ਕੇ ਉਸਨੂੰ ਕੱਲਿਆਂ ਨੂੰ ਰੋਕ ਲੈਂਦਾ ਤੇ ਉਸਨੂੰ ਦੇਸ਼ ਭਗਤੀ ਦੇ ਪ੍ਰਭਾਵ ਵਿੱਚ ਲਿਆਉਣ ਲਈ, ਉਸ ਨਾਲ ਕੰਫਰਟ ਹੋਣ ਲਈ ਉਸਨੂੰ ਸਿਗਰਟ ਆਫਰ ਕਰਦਾ ਤੇ ਉਹ ਇਹ ਕਹਿ ਕੇ ਮਨਾ ਕਰ ਦਿੰਦਾ ਕਿ ਉਹ ਸਮੋਕਿੰਗ ਨਹੀਂ ਕਰਦਾ। ਪਰ ਉਹ ਪੌਲ ਜਦੋਂ ਫੌਜ ਵਿੱਚ ਭਰਤੀ ਹੋ ਜਾਂਦਾ ਤਾਂ ਉੱਥੇ ਮੁੰਡਿਆਂ ਦਾ ਸ਼ਰਮ ਵਿਹੂਣਾ ਹੋ ਕੇ ਇੱਕ ਦੂਜੇ ਦੇ ਸਾਹਮਣੇ ਨੰਗੇ ਨਹਾਉਣਾ, ਗੰਦੀਆਂ ਗਾਲਾਂ ਕੱਢਣਾ, ਸਿਗਰਟ, ਸਿਗਾਰ, ਸ਼ਰਾਬ ਪੀਣਾ ਆਮ ਜੀ ਗੱਲ ਜਦੋਂ ਦੇਖਦਾ ਤਾਂ ਉੱਥੇ ਉਹ ਵੀ ਕਿਤੇ ਨਾ ਕਿਤੇ ਇਹਨਾਂ ਅਲਾਮਤਾਂ ਦਾ ਸ਼ਿਕਾਰ ਹੋ ਜਾਂਦਾ। ਇਸ ਤਰ੍ਹਾਂ ਉਸ ਦੀ ਜਿਹੜੀ ਨਿਰਛਲਤਾ ਸੀ, ਉਹਦੀ ਜਿਹੜੀ ਮਾਸੂਮੀਅਤ ਸੀ, ਉਹ ਗਵਾਚ ਜਾਂਦੀ ਹੈ। ਜਦੋਂ ਪੌਲ ਪਹਿਲੀ ਵਾਰੀ 17 ਦਿਨ ਦੀ ਛੁੱਟੀ ਦੇ ਘਰ ਪਰਤਦਾ ਤਾਂ ਭੈਣ ਮਾਂ ਜੋ ਬਹੁਤ ਬਿਮਾਰ ਹੈ, ਕੈਂਸਰ ਵਿੱਚ ਘਿਰਣ ਕਰਕੇ ਮੌਤ ਦੇ ਨੇੜੇ ਜਾ ਪਹੁੰਚੀ ਹੈ, ਪਿਤਾ ਆਦਿ ਨੂੰ ਮਿਲਦਾ ਹੈ ਤਾਂ ਉਸਨੂੰ ਅੰਦਰੋਂ ਇੱਕ ਬੇਗਾਨਗੀ ਦਾ ਅਹਿਸਾਸ ਹੁੰਦਾ। ਬੰਦਾ ਜਦੋਂ ਅਮੂਮਨ ਆਪਣੇ ਪਰਿਵਾਰ ਵਿੱਚ ਜਾਂਦਾ ਤਾਂ ਆਪਣੇ ਸਾਰੇ ਦੁੱਖ ਸੁੱਖ ਫਰੋਲਦਾ, ਪਰ ਯੁੱਧ ਦੇ ਐਸੇ ਨਰਕਨੁਮਾ ਹੋਲਨਾਕ ਮੰਜ਼ਰ ਉਸਨੇ ਦੇਖੇ ਨੇ ਕਿ ਉਹ ਕੁਝ ਬੋਲਦਾ ਹੀ ਨਹੀਂ, ਜਿਨ੍ਹਾਂ ਨੇ ਉਸਦੇ ਮਨ ਮਸਤਿਸ਼ਕ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ। ਉਹ ਇੱਕ ਕਿਸਮ ਦਾ ਸੁੰਨ ਹੋਇਆ ਪਿਆ। ਜਦੋਂ ਮਾਂ ਉਸਦੀ ਚੁੱਪੀ ਵੇਖ ਕੇ ਉਸਨੂੰ ਪੁੱਛਦੀ ਹੈ ਕਿ ਯੁੱਧ ਵਿੱਚ ਉੱਥੇ ਕੋਈ ਪਰੇਸ਼ਾਨੀ ਹੈ, ਕੁਝ ਬੁਰਾ ਹੈ, ਤਾਂ ਸਿਰਫ ਇੰਨਾ ਹੀ ਕਹਿ ਪਾਉਂਦਾ ਕਿ ਇੰਨਾ ਵੀ ਕੁਝ ਬੁਰਾ ਨਹੀਂ ਹੈ।
ਉਹ ਕੀ ਦੱਸੇ ਕਿ ਉੱਥੇ ਕਿੰਨੀ ਨਰਕਨੁਮਾ ਜ਼ਿੰਦਗੀ ਹੈ। ਉਸ ਨੂੰ ਲੱਗਦਾ ਕਿ ਹੁਣ ਆਮ ਸਿਵਿਲੀਅਨ ਲਾਈਫ ਦੇ ਲਾਇਕ ਹੀ ਨਹੀਂ ਰਿਹਾ। ਉਹ ਤਾਂ ਆਪਣੇ ਯੁੱਧ ਦੇ ਸਾਥੀਆਂ ਵਿੱਚ ਤਾਂ ਖੱਪ ਸਕਦਾ ਹੈ। ਉਹੀ ਹੁਣ ਉਸ ਦਾ ਪਰਿਵਾਰ ਹੈ, ਪਰ ਪਰਿਵਾਰ ਵਿੱਚੋਂ ਨਹੀਂ ਸਮਾ ਸਕਦਾ। ਉਹ ਇੱਕ ਅਜਿਹੀ ਮਸ਼ੀਨਰੀ ਦਾ ਹਿੱਸਾ ਕਲਪਰਜਾ ਬਣ ਚੁੱਕਾ ਹੈ ਜਿਸ ਨੂੰ ਮਸ਼ੀਨ ਤੋਂ ਬਾਹਰ ਰਹਿ ਕੇ ਤੇਲ ਨਹੀਂ ਮਿਲਦਾ। ਉਹ ਆਪਣੇ ਦੋਸਤ ਦੀ ਮਾਂ ਨੂੰ ਦੋਸਤ ਦੀ ਮੌਤ ਦੀ ਖਬਰ ਦਿੰਦਿਆਂ, ਜਿਸ ਵਿੱਚ ਉਸਦੀ ਦਰਦਨਾਕ ਮੌਤ ਨੂੰ ਲੁਕਾ ਕੇ ਉਸ ਨੂੰ ਅਚਾਨਕ ਹੋਈ ਮੌਤ ਦਾ ਰੂਪ ਬਦਲ ਕੇ ਖਬਰ ਦੱਸਦਾ ਹੈ, ਪਰ ਉਸਦੀ ਮਾਂ ਇਤਬਾਰ ਨਹੀਂ ਕਰਦੀ। ਜਿਸ ਨੇ ਉਸ ਤੇ ਭਰੋਸਾ ਜਤਾਇਆ ਸੀ ਕਿ ਹਰ ਖਤਰੇ ਵਿੱਚ ਉਹ ਆਪਣੇ ਦੋਸਤ ਦੀ ਰੱਖਿਆ ਕਰੇਗਾ, ਨਿਰਪਰਾਧ ਹੁੰਦੇ ਹੋਏ ਵੀ ਉਹ ਅਪਰਾਧ ਭੋਧ ਵਿੱਚ ਭਰ ਜਾਂਦਾ ਹੈ। ਉਹਨੂੰ 17 ਦਿਨ ਦੀ ਆਪਣੀ ਛੁੱਟੀ ਕੱਟਣੀ ਔਖੀ ਹੋ ਜਾਂਦੀ ਹੈ। ਉਹ ਵਾਪਸ ਉਸੇ ਨਰਕ ਵਿੱਚ ਪਰਤ ਜਾਣਾ ਚਾਹੁੰਦਾ ਹੈ। ਇਹ ਕਿੰਨੀ ਵੱਡੀ ਤਰਾਸਦੀ ਹੈ ਕਿ ਸ਼ਾਂਤਮਈ ਸੁਰਗਨੁਮਾ ਜ਼ਿੰਦਗੀ ਨਾਲੋਂ ਜਦ ਯੁੱਧਮਈ ਨਰਕਨੁਮਾ ਮੌਤ ਪਸੰਦ ਆਉਣੀ ਸ਼ੁਰੂ ਹੋ ਜਾਏ, ਸੋਚੋ ਮਨੁੱਖ ਤੋਂ ਮਹਿਜ਼ ਇੱਕ ਬੰਦੂਕ ਬਣ ਜਾਣ ਦੀ ਤਰਾਸਦੀ ਹੀ ਉਹ ਉਸ ਵੇਲੇ ਹੰਢਾ ਰਿਹਾ ਹੁੰਦਾ ਹੈ। ਇਹ ਤਰਾਸਦੀ ਉਹ ਉਦੋਂ ਵੀ ਹਟਾਉਂਦਾ ਜਦੋਂ ਉਸ ਦੇ ਹੱਥੋਂ ਇੱਕ ਫਰਾਂਸੀਸੀ ਸੈਨਿਕ ਚਾਕੂ ਨਾਲ ਇੱਕ ਖਾਈ ਵਿੱਚ ਮਾਰਿਆ ਜਾਂਦਾ, ਜੋ ਉਸ ਨੂੰ ਲੱਗਦਾ ਕਿ ਆਪਣੀ ਜਾਨ ਬਚਾਉਣ ਲਈ ਸੁਭਾਵਕ ਹੀ ਉਸ ਕੋਲੋਂ ਇਹ ਵਾਰ ਹੋ ਗਿਆ। ਪਰ ਆਪਣੇ ਸਾਹਮਣੇ ਜ਼ਖਮੀ ਪਏ ਕਰਾਹ ਰਹੇ ਉਸ ਸੈਨਿਕ ਦਾ ਦਰਦ ਉਸ ਕੋਲੋਂ ਦੇਖਿਆ ਨਹੀਂ ਜਾਂਦਾ। ਉਸ ਨੂੰ ਮਲਮ ਪੱਟੀ ਕਰਦਾ, ਪਾਣੀ ਪਿਲਾਉਂਦਾ, ਉਸ ਦੀ ਮਦਦ ਕਰਦਾ, ਪਰ ਉਸ ਨੂੰ ਬਚਾ ਨਹੀਂ ਸਕਦਾ। ਉਸ ਦੀ ਜੇਬ ਨੂੰ ਟਟੋਲਦਿਆਂ ਉਹਦੀ ਪਤਨੀ ਦੀ ਤਸਵੀਰ ਦੇਖਦਾ, ਉਸ ਨੂੰ ਆਪਣੇ ਸਾਹਮਣੇ ਤੜਪਦਿਆਂ, ਪਲ ਪਲ ਮਰਦਿਆਂ ਤੇ ਫਿਰ ਮਰਨ ਤੋਂ ਬਾਅਦ ਉਸ ਨਾਲ ਸਮਾਂ ਕੱਢਣਾ ਉਸ ਦੇ ਅੰਦਰ, ਹਾਲਾਂਕਿ ਇੱਕ ਇਨਸਾਨੀਅਤ ਜਿੰਦਾ ਹੈ ਪਰ ਉਸ ਤੇ ਹੈਵਾਨੀਅਤ ਨੇ ਜਿਵੇਂ ਕਾਬੂ ਪਾ ਲਿਆ ਹੁੰਦਾ। ਇੰਜ ਮਹਿਸੂਸ ਹੁੰਦਾ ਕਿ ਦੁਸ਼ਮਣ ਸੈਨਿਕ ਦੀ ਵਰਦੀ ਹੀ ਸਿਰਫ ਵੱਖ ਦਿਖਾਈ ਦਿੰਦੀ ਹੈ, ਸ਼ਕਲ ਸੂਰਤ ਤੋਂ ਉਸ ਨੂੰ ਆਪਣੇ ਜਿਹਾ ਪ੍ਰਤੀਤ ਹੁੰਦਾ ਹੈ। ਇੱਥੇ ਉਸ ਨੂੰ ਆਪਣਾ ਆਪਾ ਮਰਿਆ ਤੇ ਗੁਆਚਿਆ ਲੱਗਦਾ। ਪਾਲ ਤੇ ਉਸ ਦੇ ਸਾਥੀ ਯੁੱਧ ਨੂੰ ਲੈ ਕੇ ਬੜੇ ਉਤਸ਼ਾਹਿਤ ਹੁੰਦੇ, ਪਰ ਜਦੋਂ ਇੱਕ ਉਮਾਹ ਵਿੱਚ ਉਹ ਰੇਲ ਗੱਡੀ ਦੀ ਜਦੋਂ ਉਡੀਕ ਕਰ ਰਹੇ ਹੁੰਦੇ ਆ ਜਿਸ ਤੇ ਸਵਾਰ ਹੋ ਕੇ ਉਹਨਾਂ ਸਭਨਾਂ ਨੇ ਜਾਣਾ ਹੈ, ਜਦੋਂ ਰੇਲ ਗੱਡੀ ਰੁਕਦੀ ਹੈ ਤਾਂ ਉਸ ਚੋਂ ਘਾਇਲ ਫੌਜੀਆਂ ਨੂੰ ਜਦੋਂ ਉਤਰਦੇ ਵੇਖਦੇ ਆ, ਕਿਸੇ ਦੀ ਲੱਤ ਵੱਡੀ ਗਈ ਹੈ, ਕਿਸੇ ਦੀ ਬਾਂਹ, ਕੋਈ ਵਿਸਾਖੀਆਂ ਨਾਲ ਤੁਰ ਰਿਹਾ ਹੈ, ਉਹਨਾਂ ਦੀ ਇਹ ਤਰਸਯੋਗ ਹਾਲਤ ਵੇਖ ਕੇ ਪਹਿਲੀ ਵਾਰ ਉਹਨਾਂ ਨਵੇਂ ਭਰਤੀ ਹੋਏ ਫੌਜੀ ਮੁੰਡਿਆਂ ਨੂੰ ਡਰ ਲੱਗਦਾ ਹੈ। ਜ਼ਿੰਦਗੀ ਦਾ ਖੌਫਨਾਕ ਚਿਹਰਾ, ਕਰੂਰ ਚਿਹਰਾ ਉਹਨਾਂ ਨੂੰ ਨਜ਼ਰ ਆਉਂਦਾ ਹੈ। जिंदगी को करीब से देखो, इसका चेहरा तुम्हें रुला देगा वाली गल हुंदी है, पर फौजी होने करके वो चाहते हुए भी रो नहीं सकते। एकदम 20 साल ते थल्ले दे किशोर विच किसी बजुर्ग जही प्रौढ़ता पैदा हो जाती है। वो मुंडे फौजी जिन्हां दी उम्र 20 साल तो घट है, वो बजुर्गां वर्गी पुख्तगी ते बजुर्गां वर्गी प्रौढ़ता ते बजुर्गां वर्गी मैच्योरिटी उन्हां दे अंदर जिहड़ी है वो एकदम आ जाती है। उन्हां दी एडोलेसेंस, उन्हां दी मैच्योरिटी जिहड़ी है विच बदल जाती है। ये समझ लो कि जिवें किसी नूं 20 तो बाद 21वां दी बजाय सिद्धा 41वां जां 51वां लग्गिया होवे ते विच दी उम्र दे साल उन्हां दे किते गवाच गए होण। वो गवाचे हुए जिहड़े साल हैं, जिहड़े उन्हां दे ਅਸੀਂ ਕਹਿ ਸਕਦੇ ਹਾਂ ਕਿ ਅਧਖੜ ਉਮਰ ਹੋਣੀ ਸੀ, ਜਿਹੜੀ ਉਹਨਾਂ ਦੀ ਜਵਾਨੀ ਦੀ ਉਮਰ ਹੋਣੀ ਸੀ, ਜਿਹੜੀ ਉਹਨਾਂ ਦੀ ਕਿਸ਼ੋਰ ਅਵਸਥਾ ਵੀ ਚੰਗੀ ਤਰ੍ਹਾਂ ਨਹੀਂ ਮੰਨ ਸਕੇ, ਉਹ ਸਾਰਾ ਸਮਾਂ ਦਾ ਜਿਹੜਾ ਪੀਰੀਅਡ ਉਹ ਗੁਆਚਿਆ ਲੱਗਦਾ। ਇੱਕ ਕਿਸਮ ਦੀ ਇਹ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੈ। ਇੱਕ ਕਿਸਮ ਨਾਲ ਉਹ ਆਪਣੀ ਕਿਸ਼ੋਰ ਅਵਸਥਾ ਵਿੱਚ ਹੀ ਆਪਣੀ ਕਿਸ਼ੋਰਤਾ ਜਿਹੜੀ ਹੈ ਉਹ ਗਵਾ ਲੈਂਦੇ ਆ। ਉਸ ਤੋਂ ਬਾਅਦ ਇੱਕ ਹੋਰ ਨੁਕਤਾ ਸਾਨੂੰ ਨਜ਼ਰ ਆਉਂਦਾ ਹੈ। ਪਾਲ ਦਾ ਇੱਕ ਦੋਸਤ ਜਦੋਂ ਬੰਬ ਧਮਾਕਿਆਂ ਵਿੱਚ ਮਾਸੂਮ ਘੋੜਿਆਂ ਨੂੰ ਮਰਦਾ ਵੇਖਦਾ ਤਾਂ ਘੋੜਿਆਂ ਦੀ ਚੀਕ ਪੁਕਾਰ ਉਸ ਤੋਂ ਸੁਣੀ ਨਹੀਂ ਜਾਂਦੀ। ਉਹ ਕੰਨ ਤੇ ਹੱਥ ਧਰ ਲੈਂਦਾ, ਰੋਣ ਲੱਗ ਪੈਂਦਾ, ਆਪਣੀ ਬੰਦੂਕ ਨਾਲ ਗੋਲੀ ਮਾਰ ਕੇ ਅੱਗ ਵਿੱਚ ਝੁਲਸ ਤੇ ਤੜਪ ਰਹੇ ਘੋੜੇ ਨੂੰ ਸ਼ਾਂਤ ਕਰਨਾ ਚਾਹੁੰਦਾ ਹੈ, ਪਰ ਆਪਣੇ ਆਗੂ ਦੇ ਅਜਿਹਾ ਕਰਨ ਤੋਂ ਮਨਾ ਕਰਨ ਤੇ ਰੁਕ ਜਾਂਦਾ ਹੈ। ਘੋੜਾ ਤਾਂ ਮਰ ਕੇ ਸ਼ਾਂਤ ਹੋ ਜਾਂਦਾ ਹੈ, ਪਰ ਉਸ ਦੇ ਅੰਦਰ, ਉਸ ਫੌਜੀ ਦੇ ਅੰਦਰ, ਉਹਦੇ ਦੋਸਤ ਦੇ ਅੰਦਰ ਜੋ ਇੱਕ ਖਲਬਲੀ ਪੈਦਾ ਹੋ ਜਾਂਦੀ ਹੈ, ਉਹ ਸਾਰੀ ਉਮਰ ਸ਼ਾਂਤ ਨਹੀਂ ਹੁੰਦੀ। ਉਹ ਸ਼ਾਂਤੀ ਜੋ ਹਰ ਮਨੁੱਖ ਲਈ ਲੋੜੀਂਦੀ ਹੁੰਦੀ ਹੈ, ਉਹਨਾਂ ਲਈ ਉਹ ਹਮੇਸ਼ਾ ਲਈ ਗਵਾ ਜਾਂਦੀ ਹੈ। ਉਹਨੂੰ ਲੱਗਦਾ ਹੈ ਕਿ ਇਹਨਾਂ ਵਿਚਾਰੇ ਬੇਕਸੂਰ ਜਾਨਵਰਾਂ ਨੂੰ ਯੁੱਧ ਵਿੱਚ ਘੜੀਸਣਾ, ਬਿਨਾਂ ਕਿਸੇ ਵਜ੍ਹਾ ਦੇ ਉਹਨਾਂ ਨੂੰ
इस तरह ਬੰਬ ਧਮਾਕਿਆਂ ਦੇ ਵਿੱਚ ਹਲਾਕ ਹੁੰਦੇ ਦੇਖਣਾ, ਤੜਪ ਤੜਪ ਕੇ ਮਰਦਿਆਂ ਦੇਖਣਾ, ਇਹ ਵਾਕਈ ਬਹੁਤ ਵੱਡਾ ਜ਼ੁਲਮ ਹੈ। ਹਸਪਤਾਲ ਵਿੱਚ ਜਦੋਂ ਪੌਲ ਤੇ ਉਸਦੇ ਸਾਥੀ ਆਪਣੇ ਇੱਕ ਜ਼ਖਮੀ ਦੋਸਤ ਨੂੰ ਮਿਲਣ ਜਾਂਦੇ ਨੇ ਤਾਂ ਪਤਾ ਲੱਗਦਾ ਕਿ ਉਸਦਾ ਦੋਸਤ ਆਪਣੀ ਇੱਕ ਲੱਤ ਤੇ ਪੈਰ ਗਵਾ ਚੁੱਕਾ ਹੈ। ਜ਼ਖਮੀ ਦੋਸਤ ਉਸ ਵੇਲੇ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਉਹਦੀ ਮਾਂ ਦੀ ਫੌਜ ਲਈ ਤੁਰਨ ਵੇਲੇ ਦਿੱਤੀ ਘੜੀ ਕਿਸੇ ਨੇ ਚੁਰਾ ਲਈ ਹੈ, ਜੋ ਉਸਨੂੰ ਚਾਹੀਦੀ ਹੈ, ਕਿਉਂਕਿ ਉਹ ਘੜੀ ਉਸਦੀ ਮਾਂ ਦੀ ਨਿਸ਼ਾਨੀ ਹੈ। ਪਰ ਆਪਣੇ ਪੈਰ ਦੇ ਗਵਾ ਬੈਠਣ ਦੀ ਅਸਹਿ ਪੀੜ ਦਾ ਹੋਣਾ ਵੀ ਕੋਈ ਘੱਟ ਤਕਲੀਫ ਦੇ ਨਹੀਂ। ਅਜਿਹੇ ਸਮੇਂ ਵਿੱਚ ਮੂਲਰ ਨਾਂ ਦੇ ਇੱਕ ਸਾਥੀ ਵੱਲੋਂ ਉਹਦੇ ਬੂਟ ਮੰਗਣਾ ਬੜਾ ਅਜੀਬ ਤੇ ਇਤਰਾਜ਼ਯੋਗ, ਬੜਾ ਅਸੰਵੇਦਨਸ਼ੀਲ ਲੱਗਦਾ ਹੈ। ਹਾਲਾਂਕਿ ਉਹਨਾਂ ਬੂਟਾਂ ਦੀ ਹੁਣ ਸੱਚਮੁੱਚ ਉਹਨੂੰ ਲੋੜ ਨਹੀਂ ਹੈ, ਜਿਨ੍ਹਾਂ ਨਾਲ ਉੱਚੀਆਂ ਉੱਚੀਆਂ ਕਲਾਬਾਜ਼ੀਆਂ ਤੇ ਛਾਲਾਂ ਮਾਰ ਕੇ ਆਪਣੇ ਕਮਾਂਡਰਾਂ ਦੀ ਤਾਰੀਫ ਹਾਸਲ ਕਰਿਆ ਕਰਦਾ ਸੀ। ਅਗਲੇ ਦਿਨ ਜਦੋਂ ਪੌਲ ਕੱਲਾ ਫਿਰ ਉਸ ਜ਼ਖਮੀ ਦੋਸਤ ਨੂੰ ਮਿਲਣ ਜਾਂਦਾ ਹੈ ਤਾਂ ਮੂਲਰ ਲਈ ਬੂਟ ਦੇ ਕੇ ਜ਼ਖਮੀ ਦੋਸਤ ਜਿਹੜਾ ਉਸ ਦਾ ਮਰ ਜਾਂਦਾ ਹੈ। ਤਾਂ ਡਾਕਟਰ ਵੀ ਉਹਦੀ ਖਰਾਬ ਤਬੀਅਤ ਤੇ ਉਸ ਨੂੰ ਬਚਾਉਣ ਦੀ ਬਹੁਤੀ ਕੋਸ਼ਿਸ਼ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਖਾਲੀ ਬਿਸਤਰੇ ਦੀ ਲੋੜ ਹੈ। ਉਸ ਦਿਨ ਮਰਨ ਵਾਲਾ ਉਹ 17ਵਾਂ ਸਿਪਾਹੀ ਹੈ। ਫੌਜ ਦੀ ਕੀਮਤ ਘਾਇਲ ਹੋਣ ਤੋਂ ਬਾਅਦ ਜਿਵੇਂ ਜ਼ੀਰੋ ਤੋਂ ਵੀ ਕਿਤੇ ਘੱਟ ਹੋ ਜਾਂਦੀ ਹੈ, ਉਹ ਸਿਰਫ ਮਰਨ ਵਾਲਿਆਂ ਦਾ ਇੱਕ ਹਿੰਦਸਾ ਬਣ ਕੇ ਰਹਿ ਜਾਂਦਾ ਹੈ। ਉਹ ਆਪਣੀਆਂ ਅੱਖਾਂ ਸਾਹਮਣੇ ਸੱਚ ਨੂੰ ਵੇਖਦਾ ਹੈ। ਮੂਲਰ ਵੱਲੋਂ ਉਸ ਵੇਲੇ ਬੂਟ ਮੰਗੇ ਜਾਣੇ ਜਦੋਂ ਉਹ ਆਪਣੀ ਲੱਤ ਗਵਾ ਚੁੱਕਾ ਹੈ, ਮਾਨਵੀ ਸੰਵੇਦਨਾ ਤੇ ਰਿਸ਼ਤਿਆਂ ਦੀ ਮੌਤ ਜਾਂ ਉਸ ਦੇ ਗਵਾਚਣ ਵੱਲ, ਇਹ ਸਾਰੀ ਚੀਜ਼ਾਂ ਸਾਨੂੰ ਇਸ਼ਾਰਾ ਕਰਦੀਆਂ ਨਜ਼ਰ ਆਉਂਦੀਆਂ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਇਹ ਕੁਝ ਨੁਕਤਿਆਂ ਤੋਂ ਬਾਅਦ ਅਸੀਂ ਅਗਲੇ ਨੁਕਤਿਆਂ ਵੱਲ ਝਾਤ ਮਾਰਦੇ ਹਾਂ। ਦਰਅਸਲ ਇਹ ਨਾਵਲ ਇੱਕ ਯੂਨੀਵਰਸਲ ਟਰੁੱਥ ਨੂੰ ਦਰਸਾ ਰਿਹਾ ਹੈ। ਲੜਾਈ ਦੀ ਕਰੂਰਤਾ ਵਿੱਚ ਕਿਵੇਂ ਕਿਸੇ ਵਿਅਕਤੀ ਦੀ ਪਛਾਣ ਨੂੰ ਖਲੇਰ ਦਿੰਦੀ ਹੈ ਕਰੂਰਤਾ। ਉਹਦੀ ਪਹਿਲੀ ਪਛਾਣ ਦਾ ਸਿਰਫ ਇੱਕ ਖੋਲ ਹੀ ਜਿਹੜਾ ਹੈ ਉਹ ਬਚ ਜਾਂਦਾ, ਇੱਕ ਆਵਰਣ, ਇੱਕ ਅਸੀਂ ਕਹਿ ਸਕਦੇ ਹਾਂ ਇੱਕ ਬਾਹਰੀ ਪਰਤ ਬਚ ਜਾਂਦੀ ਹੈ, ਅੰਦਰੋਂ ਉਹ ਬਿਲਕੁਲ ਖੋਖਲਾ ਹੋ ਚੁੱਕਾ ਹੁੰਦਾ। ਜਿਸ ਤਰ੍ਹਾਂ ਕਿਸੇ ਲਿਸ਼ਕੀ ਪੁਸ਼ਕੀ ਅਸੀਂ ਲੱਕੜ ਨੂੰ ਦੇਖਦੇ ਹਾਂ ਕਿ ਦੀਮਕ ਲੱਗ ਜਾਏ ਤੇ ਅੰਦਰੋਂ ਲੱਕੜ ਖੋਖਲੀ ਹੋ ਚੁੱਕੀ ਹੁੰਦੀ ਹੈ, ਸਿਰਫ ਬਾਹਰ ਦੀ ਪਾਲਿਸ਼ ਨਜ਼ਰ ਆਉਂਦੀ ਹੈ। ਹੁਣ ਇਹ ਪਾਲ ਜਿਸਨੇ ਮੋਰਚੇ ਤੇ ਸਿਰਫ ਮੌਤ ਅਤੇ ਦੁਸ਼ਟਤਾ ਨੂੰ ਤੱਕਿਆ, ਹੁਣ ਆਪਣੇ ਆਪ ਨੂੰ ਨਾਗਰਿਕ ਸਮਾਜ ਦੇ ਅਯੋਗ ਸਮਝਦਾ ਹੈ। ਘਰ ਆ ਕੇ ਕਹਿੰਦਾ ਕਿ ਮੈਂ ਸਿਵਿਲੀਅਨ ਨੂੰ ਕਿੰਨਾ ਘੱਟ ਸਮਝਦਾ, ਪਰ ਫਿਰ ਉਹ ਆਪ ਕਹਿੰਦਾ ਕਿ ਸ਼ਾਇਦ ਮੈਂ ਹੀ ਬਦਲ ਗਿਆ। ਇਸ ਸਮੇਂ ਪਹਿਲੇ ਤੇ ਹੁਣ ਵਿੱਚ ਇੱਕ ਡੂੰਗੀ ਖਾਈ ਹੈ। ਪਹਿਲਾਂ ਮੈਨੂੰ ਯੁੱਧ ਬਾਰੇ ਕੁਝ ਨਹੀਂ ਸੀ ਪਤਾ, ਉਦੋਂ ਅਸੀਂ ਸ਼ਾਂਤਮਈ ਜੀਵਨ ਜੀ ਰਹੇ ਸਾਂ, ਤੇ ਹੁਣ ਮੈਂ ਸਮਝਦਾ ਕਿ ਅਣਜਾਣੇ ਵਿੱਚ ਮੈਂ ਕੁਚਲਿਆ ਗਿਆ। ਮੈਨੂੰ ਲੱਗਦਾ ਕਿ ਮੈਂ ਇੱਥੋਂ ਦਾ ਨਹੀਂ ਹਾਂ, ਇਹ ਇੱਕ ਵਿਦੇਸ਼ੀ ਜ਼ਮੀਨ ਹੈ। ਉਹ ਜੰਗ ਦੇ ਅਜਿਹੇ ਕੋੜੇ ਤਜਰਬਿਆਂ ਚੋਂ ਨਿਕਲਿਆ ਕਿ ਉਸ ਦਾ ਆਪਣਾ ਮਿੱਤਰ ਤੇ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਰਿਹਾ। ਆਪਣੇ ਦਰਦਨਾਕ ਤਜਰਬਿਆਂ ਕਾਰਨ ਉਹ ਸੁਸਾਇਟੀ ਤੋਂ ਜਿਵੇਂ ਅਲੱਗ ਥਲੱਗ ਜਾ ਪੈ ਗਿਆ। ਉਹ ਹੁਣ ਮਾਸੂਮ ਨਿਰਛਲ ਨੌਜਵਾਨ ਨਹੀਂ, ਸਗੋਂ ਸੰਵੇਦਨਹੀਨ ਤੇ ਕਰੂਰ ਸਿਪਾਹੀ ਹੋ ਚੁੱਕਾ ਹੈ। ਉਹ ਸਰੀਰਕ ਤੇ ਮਾਨਸਿਕ ਤੌਰ ਤੇ ਬੁਰੀ ਤਰ੍ਹਾਂ ਥੱਕਿਆ ਹੋਇਆ ਹੈ। ਉਸ ਨੂੰ ਯਕੀਨ ਹੀ ਨਹੀਂ ਆਉਂਦਾ ਕਿ ਉਹੀ ਥਾਂ ਹੈ ਜਿਸ ਨਾਲ ਉਸ ਦਾ ਕਦੇ ਜ਼ਮੀਨੀ ਰਿਸ਼ਤਾ ਸੀ। ਉਸ ਨੂੰ ਲੱਗਦਾ ਹੈ ਕਿ ਉਹ ਆਪਣੇ ਫੌਜੀ ਸਾਥੀਆਂ ਨਾਲ ਤਾਂ ਜੁੜ ਸਕਦਾ ਹੈ, ਆਪਣੀ ਮਾਂ ਤੇ ਭੈਣ ਨਾਲ ਨਹੀਂ। ਉਸ ਨੂੰ ਲੱਗਦਾ ਹੈ ਕਿ ਜਿਵੇਂ ਉਸ ਦੇ ਜੀਣ ਦਾ ਮਕਸਦ ਉਦੇਸ਼ ਹੀ ਕਿਧਰੇ ਗੁਆਚ ਗਿਆ ਹੁੰਦਾ ਹੈ। ਹੁਣ ਆਪਣੀਆਂ ਕਿਤਾਬਾਂ ਤੇ ਆਪਣੀਆਂ ਬਣਾਈਆਂ ਕਿਰਤਾਂ ਨਾਲ ਉਦਾਂ ਨਹੀਂ ਜੁੜ ਸਕਦਾ। ਉਹਨਾਂ ਨੂੰ ਵੇਖ ਕੇ ਉਸ ਦੇ ਵਿੱਚ ਉਹਨਾਂ ਪ੍ਰਤੀ ਉਹਦੇ ਮਨ ਵਿੱਚ ਕੋਈ ਖਾਸ ਉਤੇਜਨਾ ਪੈਦਾ ਨਹੀਂ ਹੁੰਦੀ। ਸਾਹਿਤਿਕ ਕਲਾ ਪ੍ਰਤੀ ਉਹਦੀ ਆਰਟਿਸਟਿਕ ਜਿਹੜੀ ਨੇਚਰ ਸੀਗੀ ਉਹੀ ਕਿਤੇ ਗਵਾਚ ਗਈ ਹੈ, ਕਿਤੇ ਮੂਲੀ ਤਬਦੀਲੀ ਆ ਗਈ ਉਸ ਵਿੱਚ। ਜੰਗ ਨੇ ਉਸ ਨੂੰ ਪੂਰੀ ਤਰ੍ਹਾਂ ਉਸ ਦੀ ਪੂਰੀ ਜਨਰੇਸ਼ਨ ਨੂੰ ਹੀ ਜਿਵੇਂ ਹੋਪਲੈਸ ਤੇ ਐਂਬੀਸ਼ਨਲੈਸ ਬਣਾ ਦਿੱਤਾ ਹੈ। ਉਹ ਬੱਚਿਆਂ ਵਾਂਗ ਲਾਚਾਰ ਤੇ ਬੁੱਢਿਆਂ ਵਾਂਗ ਤਜਰਬੇਕਾਰ ਹੋ ਚੁੱਕਾ ਹੈ। ਪਾਲ ਨੂੰ ਲੱਗਦਾ ਹੈ ਕਿ ਇਸ ਯੁੱਧ ਵਿੱਚ ਉਹਦੀ ਪੂਰੀ ਦੀ ਪੂਰੀ ਜਨਰੇਸ਼ਨ ਹੀ ਗਵਾਚ ਗਈ ਹੈ। ਇਸ ਜਨਰੇਸ਼ਨ ਨੂੰ ਇੱਕ ਅਜਿਹੀ ਲੜਾਈ ਵਿੱਚ ਧੱਕ ਦਿੱਤਾ ਗਿਆ ਹੈ ਜਿਸ ਦੇ ਲਈ ਉਹ ਤਿਆਰ ਨਹੀਂ ਸਨ। ਯੁੱਧ ਦੇ ਮੈਦਾਨ ਵਿੱਚ ਉਹ ਮੈਚਿਓਰ ਹੋਏ ਨੇ। ਇਸ ਲੋਸਟ ਜਨਰੇਸ਼ਨ ਨੂੰ, ਬੰਦਿਆਂ ਨੂੰ ਟੁਕੜਿਆਂ ਵਿੱਚ ਉਸਨੇ ਉੱਡਦਿਆਂ ਵੇਖਿਆ। ਆਪਣੀ ਮਾਸੂਮੀਅਤ ਨੂੰ ਗਵਾਚਦੇ ਤੱਕਦੇ ਹੈ, ਆਪਣੀ ਸੁਤੰਤਰਤਾ ਨੂੰ ਗੁਲਾਮੀ ਵਿੱਚ ਜਕੜਿਆ ਤੱਕਿਆ, ਜਿੱਥੇ ਇੱਕ ਮੈਡਲ ਲਈ ਦੂਜੇ ਦੀ ਜਾਨ ਲੈ ਲਈ ਜਾਂਦੀ ਹੈ। ਮਾਨਸਿਕ ਤੇ ਆਤਮਿਕ ਤੌਰ ਤੇ ਯੁੱਧ ਨੇ ਜੋ ਜ਼ਖਮ ਉਸ ਨੂੰ ਦਿੱਤੇ ਨੇ ਉਹ ਕਿਸੇ ਨੂੰ ਦਿਖਾਈ ਨਹੀਂ ਦਿੰਦੇ। ਇਹੀ ਕਾਰਨ ਹੈ ਕਿ ਉਸ ਦੇ ਕਈ ਸਾਥੀ ਪਾਗਲਪਨ ਦੀ ਸਥਿਤੀ ਵਿੱਚ ਹਸਪਤਾਲ 'ਚ ਨਜ਼ਰ ਆਉਂਦੇ ਹੈ। ਜਦੋਂ ਅਸੀਂ ਬੰਬ ਧਮਾਕੇ ਕਰਦੇ ਹਾਂ
ਉਦੋਂ ਅਸੀਂ ਖੁੰਖਾਰ ਜਾਨਵਰ ਤੋਂ ਵੀ ਬੱਤਰ ਹੋ ਜਾਂਦੇ ਆ। ਸਾਡੀ ਬੇਸਿਕ ਨੇਚਰ, ਸਾਡਾ ਜਿਹੜਾ ਜਮੰਦਰੂ ਸੁਭਾਅ ਹੈ, ਸਾਡੀ ਜਿਹੜੀ ਹਿਊਮੈਨਿਟੀ ਹੈ, ਉਹ ਕਿਤੇ ਗਵਾਚ ਜਾਂਦੀ ਹੈ। ਜਿਸ ਕਰਕੇ ਅਸੀਂ ਵੇਖਦੇ ਹਾਂ ਕਿ ਪਾਲ ਆਪਣੇ ਸਾਥੀਆਂ ਤੇ ਯੁੱਧ ਦੇ ਮੈਦਾਨ ਵਿੱਚ ਇੱਕ ਇੱਕ ਕਰਕੇ ਮਾਰੇ ਜਾਣ ਤੋਂ ਬਾਅਦ ਜੀਣ ਦੀ ਇੱਛਾ ਹੀ ਜਿਵੇਂ ਗਵਾ ਬੈਠਦਾ ਹੈ। ਮੌਤ ਤੋਂ ਕੁਝ ਚਿਰ ਪਹਿਲਾਂ ਉਹ ਆਪਣੀ ਜ਼ਿੰਦਗੀ ਦੀ ਕਿਸੇ ਚੀਜ਼ ਦੀ ਵੈਲਿਊ ਨਹੀਂ ਦੇਖਦਾ। ਉਹ ਪਹਿਲਾਂ ਜੇ ਆਰਟਿਸਟਿਕ ਤੇ ਇਮੋਸ਼ਨਲ ਹੁੰਦਾ ਤਾਂ ਉਸ ਕੋਲ ਜੀਣ ਦਾ ਕੋਈ ਕਾਰਨ ਹੁੰਦਾ। ਮੌਤ ਦੀ ਉਡੀਕ ਤੇ ਸਵਾਗਤ ਲਈ ਉਹ ਫਿਰ ਤਿਆਰ ਨਾ ਹੁੰਦਾ। ਪੌਲ ਦੇ ਯੁੱਧ ਦੇ ਮੈਦਾਨ ਵਿੱਚ ਇੰਨੀਆਂ ਮੌਤਾਂ ਦੇਖੀਆਂ ਨੇ ਕਿ ਸਾਥੀਆਂ ਦੇ ਇੱਕ ਇੱਕ ਕਰਕੇ ਮਾਰੇ ਜਾਣ ਦੀ ਮੰਜ਼ਰ ਵੀ ਹੁਣ ਉਸਨੂੰ ਬਹੁਤਾ ਇਮੋਸ਼ਨਲ ਨਹੀਂ ਕਰਦੇ, ਬਲਕਿ ਉਸ ਦੀ ਮੌਤ ਪੂਰੀ ਤਰ੍ਹਾਂ ਬੜੀ ਪ੍ਰੈਕਟੀਕਲ ਅਪਰੋਚ ਅਪਣਾਏ ਜਾਣ ਦੀ ਮਜਬੂਰੀ ਨੂੰ ਉਹ ਜ਼ਾਹਿਰ ਕਰਦਾ। ਹੁਣ ਇੱਥੋਂ ਦੇਖੋ, ਜੇ ਉਹ ਆਪਣੇ ਸਾਥੀਆਂ ਦੀ ਇੱਕ ਇੱਕ ਮੌਤ ਤੇ ਇਮੋਸ਼ਨਲ ਹੋ ਕੇ ਬੈਠ ਜਾਏਗਾ, ਫਿਰ ਉਹ ਲੜ ਨਹੀਂ ਸਕੇਗਾ। ਵੇਖੋ ਨਾ, ਪਾਲ ਦੇ ਜ਼ਖਮੀ ਦੋਸਤ ਤੇ ਮਰਨ ਕੰਡੇ ਹੋਣ ਤੇ ਮੂਲਰ ਦਾ ਬੂਟ ਮੰਗਣਾ ਤੇ ਪਾਲ ਦਾ ਕਿਤੇ ਖਾਣਾ ਬਾਅਦ ਵਿੱਚ ਨਾ ਮਿਲੇ, ਛੇਤੀ ਉੱਥੋਂ ਨਿਕਲਣਾ, ਇਹੀ ਤਾਂ ਦਰਸਾਉਂਦਾ ਕਿ ਸਾਥੀਆਂ ਪ੍ਰਤੀ ਹੌਲੀ ਹੌਲੀ ਫੌਜੀ ਕਿਵੇਂ ਅਨਇਮੋਸ਼ਨਲ ਹੋਣਾ ਸ਼ੁਰੂ ਹੋ ਜਾਂਦੇ ਹੈ। ਕੈਟ ਜੋ ਉਸਦਾ ਸਭ ਤੋਂ ਨੇੜਲਾ ਮਿੱਤਰ ਹੈ, ਉਸ ਦੀ ਮੌਤ ਵੇਖ ਕੇ ਵੀ ਉਹ ਉਦਾਸੀਨ ਨਹੀਂ ਹੁੰਦਾ, ਪ੍ਰੈਕਟੀਕਲ ਅਪਰੋਚ ਅਪਣਾਉਂਦਾ ਹੈ। ਇੱਕ ਕਿਸਮ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਮੋਸ਼ਨਲ ਤੌਰ ਤੇ ਮਰ ਜਾਣ ਦਾ ਤੇ ਗਵਾਚ ਜਾਣ ਦਾ ਉਹ ਸੂਚਕ ਹੈ। ਹੁਣ ਜਿਵੇਂ ਸਾਡੇ ਪੰਜਾਬੀ ਦੇ ਇੱਕ ਸ਼ਾਇਰ ਕਹਿੰਦਾ ਹੈ, ਇਹਨਾਂ ਅੱਖਾਂ ਨਾਲ ਦੇਖੇ ਨੇ ਇੰਨੇ ਦੁਖਾਂਤ ਕਿ ਜਦ ਕੋਈ ਬੇਲੀ ਪੁਰਾਣਾ ਮਿਲੇਗਾ ਤਾਂ ਯਾਦ ਆਵੇਗਾ ਆਪਣੇ ਅੰਦਰੋਂ ਚਿਰਾਂ ਦਾ ਮਰ ਚੁੱਕਾ ਮੋਹ। ਫਿਰ ਯਾਦ ਆਵੇਗਾ ਕਿ ਅਥਰੂ ਤਾਂ ਮੇਰੇ ਦੂਜੇ ਕੋਟ ਦੀ ਜੇਬ 'ਚ ਹੀ ਰੱਖੇ ਰਹਿ ਗਏ। ਸ਼ਾਮ ਨੂੰ ਜਦ ਮੜੀ ਤੇ ਦੀਵਾ ਬਲੇਗਾ, ਗੁਰਦੁਆਰੇ ਸ਼ੰਖ ਵਜੇਗਾ, ਉਹ ਬਹੁਤ ਯਾਦ ਆਵੇਗਾ ਉਹ ਕਿ ਜਿਹੜਾ ਮਰ ਗਿਆ ਹੈ, ਉਹ ਕਿ ਜਿਸ ਦੀ ਮੌਤ ਦਾ ਇਸ ਭਰੀ ਨਗਰੀ ਵਿੱਚ ਬਸ ਮੈਨੂੰ ਪਤਾ ਹੈ। ਜੇ ਕਿਸੇ ਨੇ ਹੁਣ ਮੇਰੇ ਮਨ ਦੀ ਤਲਾਸ਼ੀ ਲੈ ਲਈ, ਬਹੁਤ ਰਹਿ ਜਾਵਾਂਗਾ ਕੱਲਾ, ਕਿਸੇ ਦੁਸ਼ਮਣ ਦੇਸ਼ ਦੇ ਜਾਸੂਸ ਵਾਂਗ ਹੁਣ ਘਰਾਂ ਨੂੰ ਪਰਤਣਾ ਮੁਸ਼ਕਿਲ ਬੜਾ ਹੈ। ਕੌਣ ਪਹਿਚਾਣੇਗਾ ਸਾਨੂੰ? ਮੱਥੇ ਉੱਤੇ ਮੌਤ ਦਸਖਤ ਕਰ ਗਈ ਹੈ, ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ, ਸ਼ੀਸ਼ੇ ਵਿੱਚੋਂ ਹੋਰ ਕੋਈ ਝਾਕਦਾ ਹੈ, ਅੱਖਾਂ ਵਿੱਚ ਕੋਰੀ ਲਿਸ਼ਕ ਹੈ, ਕਿਸੇ ਟੱਠੇ ਘਰ ਦੀ ਛੱਤ 'ਚੋਂ ਆਉਂਦੀ ਕੋਈ ਲੋ ਜਹੀ। ਯੁੱਧ ਦੇ ਖੌਫਨਾਕ ਨਜ਼ਾਰਿਆਂ ਨੇ ਉਸ ਦੇ ਵਜੂਦ ਨੂੰ, ਉਸ ਦੇ ਵਿਅਕਤੀਤਵ ਨੂੰ ਬੁਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ ਹੈ। ਉਹਦੇ ਕੋਲ ਆਪਣੀ ਪਹਿਚਾਣ ਦਾ ਇੱਕ ਖੋਖਲਾ ਕੱਜਣ ਆਵਰਣ ਹੀ ਸਿਰਫ ਬਾਕੀ ਬਚਿਆ ਹੈ। ਅੰਦਰਲਾ ਪੰਛੀ ਤਾਂ ਵਿੱਚੋਂ ਕਦ ਦਾ ਉੱਡ ਉਡਾ ਚੁੱਕਾ ਹੈ। ਹੁਣ ਭਾਵੇਂ ਇਸ ਫਾਨੀ ਜਿਸਮ ਖੋਲ ਰਹੇ ਨਾ ਰਹੇ, ਉਸ ਨੂੰ ਕੋਈ ਫਰਕ ਜਿਹੜਾ ਹੈ ਉਹ ਨਹੀਂ ਪੈਂਦਾ। ਇਸ ਤਰ੍ਹਾਂ ਇਹ ਦਰਦ ਦੁਖਾਂਤ ਸਾਨੂੰ ਇਸ ਨਾਵਲ ਦੇ ਵਿੱਚ ਨਜ਼ਰ ਆਉਂਦਾ ਹੈ। ਅਸੀਂ ਦੇਖਦੇ ਹਾਂ ਕਿ ਕਿੰਨਾ ਕੁਝ ਉਹਦਾ ਇਹ ਗੁਆਚ ਚੁੱਕਾ ਹੈ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਗੱਲ ਨੂੰ ਸਮਾਪਤ ਕਰਾਂਗਾ। ਬਹੁਤ ਬਹੁਤ ਧੰਨਵਾਦ ਜੀਓ।